फल गुण आनंद उपार्जना, हर सज्जन प्रगटे आए। संत सहाई राम के, कर कृपा दिया मिलाए। सेज सुहावी सर्ब सुख, हुण दुखा नहीं जाए। इच्छ पुनि वड भागणी, वर पाया हर राय। मिल सैया मंगल गावई, गीत गोविंद अलाए। हर जेहा अवर न दिसई, कोई दूजा लवे न लाए। हलत पलत सवारियुन, निहचल दितियन जाए। संसार सागर ते रखियन, बहुड़ न जन्मे धाय। जिहवा एक अनेक गुण, तरे नानक चरणी पाए। फल गुण नित सलाइए, जिसनु तिल न तमाए। जिन जिन नाम धियाया, तिनके काज सरे। हर गुरु पूराया राधया, दरगे सच खरे। सर्व सुखानिद चरण हर, भौजल बिखम तरे। प्रेम भगत तिन पाइया, बिखया नाहे जरे। कूड़ गए दुबदा नसी, पूरन सच भरे। पार ब्रह्म प्रभ सेव दे, मन अंदर एक धरे। महादिवसे मूरत भले, जिसको नदरे करे। नानक मंगे दर्श दान, कृपा करो हरे। भारत दे जो चलदा है साल बिकमरी संमत, उसदा ये आखिरी महीना फग्गण फलगुण। फलगुण आनंद उपार्जना, हर सज्जन प्रगटे आए। गुणा दा फल, गुणा दा फल है सज्जन दा मिलाप। फलगुण फग्गण फलगुण। फलगुण दे महीने दा उपदेश माज राग दी इस महान रचना 12 माह दी बाणी राही गुरु अर्जन देव जी महाराज फरमान पे करते ने। फग्गण दे महीने दे सज्जन हिरदे दे आण प्रगट होए ने, आनंद बन गया है, आनंद की वर्षा हो गई है। ये मिलाप किवें होया, ये सज्जन किवें प्रगट होए। संत सहाई राम के, कर कृपा दिया मिलाए। राम नू मिलाण दे जिहड़े मददगार ने, संत लोग सहायक ने, बस उन्होंने बख्शिश की, उन्होंने रहमत की, उन्होंने मिला दिता। क्योंकि उन्हों की संगत विच राम याद आ गया, उन्होंने कोल बैठ के ईश्वर याद आ गया। इस वास्ते भगत कबीर ते साफ कहते ने, कबीर सेवा को दोनों भले, एक संत एक राम। राम जो दाता मुकुत का, संत जपावे नाम। ये ठीक है कि मुक्ति परमात्मा दे हाथ च है, और किसी ने भी नहीं देनी। दाते दात रखी हथ अपने, जिस भावे तिस दे। पर दाते दे हत्थां तक पहुंच सकीए, दाते दी दात प्राप्त कर सकीए, उसकी सिफत तो सलाह कर सकीए, उसनों जान सकीए, संत मददगार ने। प्रथम मनुख की कोशिश होवे सत्संग तक पहुंचना, गुरु तक पहुंचना। फिर गुरु का यह कम है अभ्यासी नूं, साधक नूं राम तक पहुंचा देना, परमात्मा तक पहुंचा देना। तो संत सहाई राम के, कर कृपा दिया मिलाए। सेज सुहावी सर्ब सुख, हुण दुखा ना ही जाए। हिरदे दी सेजा हुण सुखा नाल भर गई है।
ਸੁਹਾਵਣੀ ਹੋ ਗਈ ਹੈ। ਹੁਣ ਦੁੱਖਾਂ ਲਈ ਕੋਈ ਥਾਂ ਨਹੀਂ ਰਹੀ। ਦਰਅਸਲ ਮਨੁੱਖ ਤਨ ਕਰਕੇ ਤੇ ਇਤਨਾ ਪੀੜਤ ਨਹੀਂ ਹੈ ਸਾਰੀ ਦੁਨੀਆ ਵਿੱਚ, ਜਿਤਨਾ ਮਨ ਕਰਕੇ ਪੀੜਤ ਹੈ। ਤਨ ਦੇ ਤਲ ਤੇ ਇਤਨੇ ਰੋਗ ਨਹੀਂ ਜਿਤਨੇ ਮਾਨਸਿਕ ਰੋਗ ਨੇ। ਇਹ ਤਨ ਕਰਕੇ ਇਤਨਾ ਦੁਖੀ ਨਹੀਂ ਹੈ ਜਿਤਨਾ ਮਨ ਕਰਕੇ ਹੈ। ਤੋ ਹਿਰਦੇ ਦੀ ਸੇਜਾ ਦੇ ਉੱਤੇ ਸਾਹਿਬ ਕਹਿੰਦੇ ਨੇ ਸੁਖ ਹੀ ਸੁਖ ਪ੍ਰਗਟ ਹੋ ਗਏ। ਇਸ ਵਾਸਤੇ ਸੇਜਾ ਸੁਹਾਵਣੀ ਹੋ ਗਈ ਹੈ। ਹੁਣ ਦੁੱਖਾਂ ਲਈ ਕੋਈ ਥਾਂ ਨਹੀਂ ਰਹੀ, ਕੋਈ ਟਿਕਾਣਾ ਨਹੀਂ ਰਿਹਾ। ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ, ਐ ਪਾਪ ਐ ਦੁੱਖੋ ਨਸ ਜਾਓ ਭਜ ਜਾਓ। ਹੁਣ ਹਿਰਦੇ ਦੀ ਸੇਜਾ ਤੇ ਆਨੰਦ ਦੇ ਸੋਮੇ, ਆਨੰਦ ਦੇ ਦਾਤੇ, ਆਨੰਦ ਦੇ ਸਾਗਰ ਪਰਿਪੂਰਨ ਪ੍ਰਮਾਤਮਾ ਆਣ ਬਿਰਾਜੇ ਨੇ। ਉਹਦੇ ਗੁਣਾਂ ਦਾ ਵਾਸਾ ਹੋ ਗਿਆ। ਹੁਣ ਤੁਸੀਂ ਰੁਖਸਤ ਹੋਵੋ। ਹੁਣ ਤੁਹਾਡੇ ਲਈ ਕੋਈ ਥਾਂ ਨਹੀਂ, ਹੁਣ ਤੁਹਾਡੇ ਲਈ ਕੋਈ ਟਿਕਾਣਾ ਨਹੀਂ। ਇੱਛ ਪੁਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ। ਸਾਹਿਬ ਇੱਥੇ ਫਰਮਾਨ ਕਰਦੇ ਨੇ, ਵੱਡੀਆਂ ਭਾਗਾਂ ਵਾਲੀ ਇਸ ਜੀਵ ਰੂਪੀ ਕਾਮਣ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ। ਦਰਅਸਲ ਇੱਛਾ ਦਾ ਪੂਰਨ ਹੋਣਾ, ਇੱਛਾਵਾਂ ਦਾ ਪੂਰਨ ਹੋਣਾ ਨਹੀਂ ਹੈ, ਪਰਮਾਤਮਾ ਦਾ ਮਿਲਣਾ ਹੀ ਸਾਰੀਆਂ ਇੱਛਾਵਾਂ ਦੀ ਪੂਰਨਤੀ ਹੈ। ਸਭੇ ਇੱਛਾ ਪੂਰੀਆਂ ਜਾਂ ਪਾਇਆ ਆਗਮ ਅਪਾਰਾ। ਜੈਸੇ ਉਸ ਅਗਮ ਦੀ ਪ੍ਰਾਪਤੀ ਹੁੰਦੀ ਹੈ, ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਮਾਨੋ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ, ਸਾਰੇ ਸੁੱਖ ਪ੍ਰਾਪਤ ਹੋ ਗਏ। ਤਾਂ ਸਤਿਗੁਰ ਇੱਥੇ ਪਏ ਫਰਮਾਨ ਕਰਦੇ ਨੇ, ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ। ਵੱਡਿਆਂ ਭਾਗਾਂ ਵਾਲੀ ਇਹ ਜੀਵ ਇਸਤਰੀ, ਇਸ ਨੂੰ ਵਰ ਦੀ ਪ੍ਰਾਪਤੀ ਹੋ ਗਈ, ਹਰੀ ਰਾਏ ਦੀ ਪ੍ਰਾਪਤੀ ਹੋ ਗਈ। ਮਿਲ ਸਈਆ ਮੰਗਲ ਗਾਵਈ ਗੀਤ ਗੋਵਿੰਦ ਅਲਾਲਾਈ। ਇਹ ਜੀਵ ਰੂਪੀ ਇਸਤਰੀ ਹੁਣ ਸਾਧ ਰੂਪੀ ਸਹੇਲੀਆਂ ਵਿੱਚ ਬੈਠ ਕੇ ਪ੍ਰਭੂ ਦੇ ਮੰਗਲ ਗਾ ਰਹੀ ਹੈ, ਈਸ਼ਵਰ ਦੀ ਧੁਨ ਅਲਾਪ ਰਹੀ ਹੈ। ਇਸ ਤਰ੍ਹਾਂ ਹਰ ਵਕਤ ਈਸ਼ਵਰਮਈ ਮਾਹੌਲ ਬਣਿਆ ਹੋਇਆ ਹੈ, ਈਸ਼ਵਰਮਈ ਵਾਤਾਵਰਣ ਬਣਿਆ ਹੋਇਆ ਹੈ। ਹਰ ਜੇਹਾ ਅਵਰ ਨ ਦਿਸਈ ਕੋਈ ਦੂਜਾ ਲਵੇ ਨਾ ਲਾਏ। ਸੰਗਤ ਵਿੱਚ ਗੀਤ ਗਾਉਂਦਿਆਂ ਗਾਉਂਦਿਆਂ ਇੱਕ ਅਨੁਭਵ ਪ੍ਰਾਪਤ ਹੋਇਆ ਕਿ ਹਰੀ ਜੈਸਾ ਹੋਰ ਕੋਈ ਵੀ ਨਹੀਂ। ਚਾਹੇ ਕੋਈ ਗੁਣਵਾਨ ਹੈ, ਸਮਰੱਥ ਹੈ, ਦਾਨੀ ਹੈ, ਗਿਆਨੀ ਹੈ, ਸਾਧਕ ਹੈ, ਸਿੱਧ ਹੈ, ਪਰ ਕੋਈ ਵੀ ਹਰੀ ਜੈਸਾ ਨਹੀਂ। ਕਿਉਂਕਿ ਹਰੀ ਤੋਂ ਹੀ ਸਾਰੇ ਸਿੱਧ ਪੈਦਾ ਹੁੰਦੇ ਨੇ, ਸਾਧੂ ਪੈਦਾ ਹੁੰਦੇ ਨੇ, ਸੰਤ ਪੈਦਾ ਹੁੰਦੇ ਨੇ, ਤੀਰਥ ਪੈਦਾ ਹੁੰਦੇ ਨੇ। ਸਭ ਕੁਛ ਦਾ ਦਾਤਾ ਤੇ ਈਸ਼ਵਰ ਹੀ ਹੈ। ਇਸ ਵਾਸਤੇ ਈਸ਼ਵਰ ਜੈਸਾ ਹੋਰ ਕੋਈ ਵੀ ਨਹੀਂ। ਹਾਲਤ ਪਲਤ ਸਵਾਰੀਆਂ ਨਹੀਂ ਚਲ ਦਿੱਤੀਆਂ ਨ ਜਾਏ। ਸਾਹਿਬ ਕਹਿੰਦੇ ਉਸ ਪਰਿਪੂਰਨ ਪ੍ਰਮਾਤਮਾ ਨੇ ਲੋਕ ਸੁਹੇਲਾ ਕਰ ਦਿੱਤਾ, ਪਰ ਲੋਕ ਸੁਹੇਲਾ ਕਰ ਦਿੱਤਾ, ਤਨ ਵੀ ਸੁਖੀ ਕਰ ਦਿੱਤਾ, ਮਨ ਵੀ ਸੁਖੀ ਕਰ ਦਿੱਤਾ। ਸੰਸਾਰ ਦੇ ਤਲ ਤੇ ਸਹੂਲਤਾਂ ਪੈਦਾ ਹੋ ਗਈਆਂ ਔਰ ਆਤਮਿਕ ਤਲ ਤੇ रूहानी आनंद की जो है प्राप्ति हो गई। लोक ते परलोक इस तरीके नाल जो है सवरदा है। संसार दे सहूलतां प्राप्त हो जान ते सहूलतां सारियां धन दे आसरे ते खड़ियां ने। उपजीविका लई पूर्ण धन होवे ते मन दे संतोख होवे, लोक सुहेला हो गया ते मन विच प्रभु दा नाम होवे, प्रभु चिंतन होवे तो परलोक सुहेला हो गया। इस तरह तन भी सुखी हो जाता है, मन भी सुखी हो जाता है। साहिब कहते ने उस परिपूर्ण परमात्मा ने साडा लोक परलोक सुहेला कर दिता है, सफल कर दिता है। संसार सागर ते रखियन बहुड़ ना जन्मे धाए। संसार दे ये जो चक्कर दी तरह बार बार आवना सी जावना सी, आवना सी जावना सी, और उस चक्कर दे जो असी पए हुए सी, जम जम मरे मरे फिर जमे, बहुत सजाए पया देश लम्मे। ये जो इस चक्कर दे भटकना हमेशा दी बनी हुई सी, उस परिपूर्ण परमात्मा ने इस चक्कर दे चों कढ़ दिता है, इस सागर तो पार कर दिता है। मुड़ के जन्मां दी धावना नहीं, जन्मां दी भटकना नहीं, वो चक्कर नहीं। जेवा एक अनेक गुण तरे नानक चरणी पाए। हे परिपूर्ण परमात्मा, तेरे गुण ते अनेका ने, पर तेरे गुणां दा उचारण करन लई, कथन करन लई मेरे कोल रसना सिर्फ इक्को ही है।
इस वास्ते पूरे दे पूरे तेरे गुण आंकने बयान करने बहुत औखे ने, बहुत औखे ने। रसना एक है, कहते ने जद रसना गांदियां गांदियां रस ਨੂੰ ਉਜਾਗਰ ਕਰ ਬੈਠਦੀ ਹੈ, ਭਾਵ ਰਸ ਨਾਲ ਭਰ ਜਾਂਦੀ ਹੈ, ਤਾਂ ਉਸ ਦੇ ਅੰਦਰ ਇੱਕ ਲੋਭ ਪੈਦਾ ਹੁੰਦਾ ਹੈ, ਹੋਰ ਗਾਵਾਂ, ਹੋਰ ਗਾਵਾਂ, ਹੋਰ ਗੁਣਾਂ ਦਾ ਉਚਾਰਨ ਕਰਾਂ। ਔਰ ਉੱਥੇ ਅਭਿਆਸੀ ਦੇ ਮਨ ਵਿੱਚ ਇਹ ਖਿਆਲ ਵੀ ਪੈਦਾ ਹੋ ਜਾਏ, ਕਾਸ਼ ਕਿਧਰੇ ਕਰੋੜਾਂ ਜ਼ਬਾਨਾਂ ਮੇਰੇ ਕੋਲ ਹੁੰਦੀਆਂ ਤੇ ਪ੍ਰਭੂ ਦੇ ਮੈਂ ਗੀਤ ਗਾਉਂਦਾ, ਕਿਧਰੇ ਕਰੋੜਾਂ ਮੇਰੇ ਕੋਲ ਕੰਨ ਹੁੰਦੇ ਤੇ ਮੈਂ ਕਰੋੜਾਂ ਕੰਨਾਂ ਨਾਲ ਉਸ ਦੀ ਉਸਤਤੀ ਸੁਣਦਾ। ਕੋਟ ਕਰਨ ਦੀਜੇ ਪ੍ਰਭ ਸੁਆਮੀ, ਹਰ ਜਸ ਸੁਣੀਏ ਅਬਨਾਸੀ ਰਾਮ। तो इस तरह अभ्यासी दे मन विच एक लालसा पैदा होंदी है, हे प्रभु अनंत गुणां दा तू मालिक है, पर तेरे गुणां नू गायन कर सकां मेरे कोल केवल इक्को ही रसना है। एक जबान नाल तेरे अनंत गुणां नू मैं किवें गावां, किवें प्रगट करां। फिर भी साहिब कहंदे ने एक रसना नाल गांदियां गांदियां चित तेरे चरनां च जुड़िया। इस तरीके नाल असी संसार सागर तो पार हो गए, उतर गए। फलगुण नित सा लाइए जिसनू दिल ना तमाए। फलगुण दे महीने का उपदेश साहिब करते हैं, उसकी सिफतो सलाह करो जो दे के रंचक मात्र भी तमा नहीं रखता, तिल जितनी भी जो है तमा नहीं करता, उसकी सिफतो सलाह करो, उसते गीत गायन करो। झोलियां हर तरीके नाल भर देवे ते जताण की कोशिश भी ना करे। ऐसा जिहड़ा दाता है परिपूर्ण परमात्मा, फग्गण दे महीने विच उसदी सिफतो सलाह करा तो फिर ये सारे दा सारा महीना सुख शांति चैन ते आनंद नाल बतीत हुंदा है। 12 माह इत्थे समाप्त होया ते 12 माह दा उपसंहार, वास्तविक तत्त निचोड़ इस शब्द विच, अखीरले शब्द विच धन गुरु अर्जन देव जी महाराज इस तरह बयान करते हैं, जिन जिन नाम धे आया तिनके काज सरे। जिस जिसने भी परमात्मा दा नाम आराधन कीता, उस दे ध्यान जोड़िया, उन्हां दे कम सिरे चढ़े। दरअसल मुख गल परमात्मा दी है, न किसी ग्रह दी, न किसी नक्षत्र दी, न किसी जो है उपग्रह दी। आदि काल तो ऐसा ख्याल चले आ रहा है, इस ग्रह की पूजा, उस ग्रह की पूजा, ये ग्रह चंगा है, वो ग्रह माड़ा है, इसका चंगा असर है, उसका माड़ा असर है। साहिब कहते ने ऐसा कुछ भी नहीं है, सब कुछ परमात्मा तो है, सब कुछ ईश्वर तो है। इस वास्ते जिन्हां जिन्हां ने भी परमात्मा का नाम जपिया, उन्हां दे कारज सिरे चढ़े और उन्होंने अध्यात्मक आनंद की प्राप्ति हुई। हर गुरु पूरा आराध्या दरगे सच खरे। जिन्हों ने पूर्ण गुरु की आराधना की थी, वो दरगाह विच खरे खड़े हो गए, भाव सुच्चे साबित होए, उन्होंने कोई खोट नहीं सी, उन्होंने ते कोई इल्जाम आयद ना होया। सर्व सुखानिध चरण हर भव जल बिखम तरे। परमात्मा दे जिहड़े चरण ने वो सारे सुखां दे देण वाले ने, और जो उन्हां चरणां दा आसरा जो है पकड़ लैंदा है, वो भवजल तो पार हो जाता है, संसार तो पार हो जाता है। जद कि वो भवजल अति विक्षम है, अति औखा है पार करना, पर प्रभु दे चरण ऐसे महान ने, उन्हां दे आसरे दे नाल मनुख पार हो जाता है। प्रेम भगत तिन पाइया बिखिया नाहे जरे। ऐसे जिहड़े साधक ने जो हरि दा नाम जपदे ने, उन्हां नूं प्रेमा भगती दी प्राप्ति हो जाती है। अनेकां भगतियां विद्वानां ने मनियां ने, जिस दे च प्रेमा भगती सिरमौर है, महान है, अति उत्तम है, सिरमौर है। जिन्हां नूं भी प्रेमा भगती दी प्राप्ति हो गई, बिखिया नाहे जरे, वो फिर मुड़ के विकारां दी जहर दे नाल जलदे नहीं, विकार उन्हां नूं जलांदे नहीं, विकार उन्हां दे अध्यात्मक गुणां नूं नाश नहीं करदे। प्रेम दा हिलोरा उन्हां च ऐसा पैदा हुंदा है, विकार कोसों दूर हो जाते हैं। ना उन्हां दी कल्पना, ना उन्हां दी सोचनी, विकारां दा आके बैठना ते एक पासे, विकारां बारे हुण कदी सोच भी नहीं फुरदी। कूड़ गए दुबदा नसी पूर्ण सच भरे। हिरदे दे पूर्ण तौर ते भर गया है सच,
कूड़ झूठ नाश हो गया है, दुविधा मिट गई है। दो पासे दी धावना, कदी सज्जे कदी खब्बे, कदी श्रद्धा कदी विपरीत, कदी प्रेम कदी घृणा, कदी ज्ञान कदी अज्ञान ते कदी दान ते कदी कठोरता। इस तरह की जिहड़ी दुविधा सी वो सारी दी सारी नाश हो गई, क्योंकि हिरदा सच नाल भर गया, कूड़ चला गया और इस तरीके दे नाल पूर्णता नसीब हो गई। पार ब्रह्म प्रभ सेव दे, मन अंदर एक धरे। ऐसे अभ्यासी हर वक्त अपने अंतर आत्मे दे उस एक दा चिंतन करते ने ते पार ब्रह्म दी इसे ही नाम जप द्वारा सेवा करते रहते ने। आखिरी उपदेश इस 12 माह दा महादिवस मूरत भले जिसको नदर करे, जिस दे ते परिपूर्ण परमात्मा की बख्शिश हो गई ते जो नाम जपन लग पे है, ये 12 दे 12 महीने भले ने, महान ने। कोई रुत भैड़ी नहीं, कोई दिन भैड़ा नहीं, कोई महीना भैड़ा नहीं। महादिवस मूरत भले, सारे महीने भले ने, सारे दिन चंगे ने और हर मुहूर्त चंगा है, पावन है। ऐसा ख्याल है मुहूर्त कढ़ाओ, इस काम दा उस काम दा लगन सुधाओ। साहिब कहते ने अगर कोई दिन माड़ा है तो दिन बढ़ाया किसने? परमात्मा ने। तो वह कित्थों चंगा हो सकता है? जो दिन माड़ा बनाता है, अक्सर माड़ियां चीज़ां माड़ियां तो ही बनदियां ने। जिसने महीना भैड़ा बनाया है वो आप किथे चंगा होवेगा? जिसने दिन भैड़ा बनाया है वो आप किथे चंगा होवेगा? जिसने ग्रह ते नक्षत्र भैड़े बनाए ने ते उन्हां दा असर माड़ा है, वो आप किथे चंगा होवेगा? बहुत गहरी सोचनी गुरु अर्जन देव जी महाराज ने दिती है। वो आप चंगा है, उस तो सारियां ही चंगियाइयां दा जन्म होया है। बुरा नहीं सब भला ही है रे, हार नहीं सब जेते, कुछ भी बुरा नहीं। हाँ, मनुख दे जद कर्म अशुभ हो जाते ने, अशुद्ध हो जाते ने और अंदर बुराई उजागर हो जाती है, तो चारों पासे उसनों ऐसा दिखाई देता है वो अपनी बुराई की आप जिम्मेवारी नहीं लेंदा। फलाना बुरा है, फलाना बुरा है, फलाना बुरा है, ते उसदे बुरे करके मैं बुरा हो गया, उसकी बुराई करके मैं दुखित हो गया। तो ये इल्जाम कई दफा मनुखा ते थोपिया जाता है, कई दफा ग्रह नक्षत्रियां ते थोपिया जाता है, महीनियां ते थोपिया जाता है, दिन ते थोपिया जाता है। ये दिन नहीं ठीक। तो साहब कहते नहीं, महादिवस मूरत भले जिसको नदर करे, जिन्हां दे उत्ते परमात्मा दी नदर हो गई ते जो नाम जपन लग पे, सारे महीने उन्हां लई शोभनीक ने, सारे दिन उन्हां लई महान ने। नानक मंगे दर्श दान, किरपा करो हरे। हे परिपूर्ण परमात्मा, नानक एक दान तैथों मंगदा है, तू बख्शिश कर, किरपा कर, मेरी झोली दे अपने दर्शनां दा दान पा, अपने दर्शन दी भिक्षा पा। 12 माह माज राग दा गुरु अर्जन देव जी महाराज इस अरदास, इस प्रार्थना नाल समाप्त करते हैं। फलगुण मन रैसी प्रेम सुभाया, अन दिन रैस भया आप गवाया। मन मोह चुकाया जां तिस भाया, कर किरपा घर आवो। बहुते वेश करी पिर बाझों, महली लहा न थाओ। हार डोर रस पाट पटंबर, पिर लोड़ी सिंगारी। नानक मेल लई गुर अपने, घर वर पाया नारी। बेदस महारुति थिति वार भले, घड़ी मूरत पल साचे आए सहज मिले। प्रभु मिले प्यारे कारज सारे, करता सब विद जाने। जिन सिंगारी तिसे प्यारी, मेल भया रंग माणी।
घर सेज सुहावी जा फिर रावी, गुरमुख मस्तक भागो, नानक ऐन सुरावे प्रीतम, हर वर थिर सुहागो। ਤੁਖਾਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਲਗੁਣ ਦੇ ਮਹੀਨੇ ਦਾ ਉਪਦੇਸ਼ ਚੱਲ ਰਹੇ। ਇਸ 12 ਮਾਹ ਦਾ ਆਖਰੀ ਮਹੀਨਾ ਫਲਗੁਣ, ਗੁਣਾਂ ਦਾ ਫਲ। ਗੁਣਾਂ ਦਾ ਫਲ ਕੀ ਹੈ? ਫਲ ਗੁਣ ਮਨ ਰਹਿ ਸੀ ਪ੍ਰੇਮ ਸੁਭਾਇਆ। ਮਨ ਸਰਸ ਗਿਆ, ਮੌਲ ਗਿਆ, ਭਿੱਜ ਗਿਆ, ਸੁਭਾਵਕ ਪ੍ਰੇਮ ਰੂਪੀ ਮਨ ਬਣ ਗਿਆ। ਪ੍ਰੇਮ ਦੀ ਮੂਰਤੀ, ਪ੍ਰੇਮ ਦਾ ਸਰੂਪ, ਅੰਦਰ ਪ੍ਰੇਮ ਉਜਾਗਰ ਹੋ ਗਿਆ ਤੋ ਗੁਣਾਂ ਦਾ ਫਲ ਪ੍ਰਾਪਤ ਹੋ ਗਿਆ। ਫਲਗੁਣ ਦਾ ਮਹੀਨਾ ਆਨੰਦਦਾਇਕ ਹੋ ਗਿਆ। ਅਨ ਦਿਨ ਰਹਿਸ ਭਇਆ ਆਪ ਗਵਾਇਆ। ਜਿਸ ਦਿਨ ਦਾ ਹੰਕਾਰ ਮਿਟਾਇਆ ਹੈ, ਦਿਨ ਰਾਤ ਅੰਦਰ ਰਹਿਸ ਪੈਦਾ ਹੋ ਰਿਹਾ ਹੈ। ਰਹਿਸ ਆਸ਼ਚਰਜਤਾ, ਬਿਸਮਾਦ। ਬਿਸਮਾਦ ਆਸ਼ਚਰਜਤਾ ਉਦੋਂ ਹੁੰਦੀ ਹੈ ਜਦ ਅੱਖਾਂ ਵੇਖਣ ਤੇ ਪੂਰਾ ਵੇਖ ਨਾ ਸਕਣ, ਮਨ ਸੋਚੇ ਤੇ ਪੂਰਾ ਸੋਚ ਨਾ ਸਕੇ, ਹੱਥ ਪ੍ਰਾਪਤ ਕਰਨਾ ਚਾਹਣ ਤੇ ਸਾਰਾ ਹੱਥਾਂ ਦੇ ਚ ਆ ਨਾ ਸਕੇ, ਕੰਨ ਪੂਰਾ ਸੁਣਨਾ ਚਾਹਣ ਤੇ ਪੂਰਾ ਸੁਣ ਨਾ ਸਕਣ। ਐਸੀ ਹਾਲਤ ਵਿੱਚ ਰਹਿਸ ਪੈਦਾ ਹੁੰਦਾ ਹੈ। ਕਹਿੰਦੇ ਨੇ ਜੈਸੇ ਜੈਸੇ ਮਨੁੱਖ ਦਾ ਮਨ ਵਿਗਿਆਨ ਤੋਂ ਪ੍ਰਭਾਵਿਤ ਹੋਇਆ ਹੈ, ਰਹਿਸ ਖਤਮ ਹੋ ਗਿਆ। ਕਿਉਂਕਿ ਵਿਗਿਆਨ ਦਾ ਦਾਵਾ ਅਸੀਂ ਜਾਣ ਲਿਆ, ਇਸ ਪਦਾਰਥ ਦੀ ਸਚਾਈ ਨੂੰ ਜਾਣ ਲਿਆ। ਧਰਮ ਕਹਿੰਦਾ ਤੂੰ ਕਿਤਨਾ ਵੀ ਜਾਣ ਲਵੇਂ, ਜਾਣਕਾਰੀ ਅਧੂਰੀ ਹੋਵੇਗੀ, ਮੁਕੰਮਲ ਨਹੀਂ ਹੋਵੇਗੀ। ਪੂਰਨ ਨੂੰ ਜੇ ਤੂੰ ਜਾਣ ਵੀ ਲਵੇਂ ਤਾਂ ਵੀ ਉਹ ਕਿਸੇ ਹਿੱਸੇ ਨੂੰ ਜਾਣੇਗਾ, ਇੱਕ ਨੁਕਤੇ ਨੂੰ ਜਾਣੇਗਾ। ਪੂਰਨ ਜਾਣਨਾ ਅਤੀ ਕਠਿਨ ਹੈ, ਅਤੀ ਕਠਿਨ ਹੈ। ਇਸ ਵਾਸਤੇ ਅੱਠੇ ਪੈਰ ਜਿੱਥੇ ਵਿਗਿਆਨਕ ਤੇ ਨਾਸਤਿਕ ਤਰਕ ਦੇ ਚ ਜੀਵਦਾ ਹੈ, ਉੱਥੇ ਭਗਤ ਰਹਿਸ ਦੇ ਚ ਜੀਵਦਾ ਹੈ, ਬਿਸਮਾਦ ਦੇ ਚ ਜੀਵਦਾ ਹੈ, ਆਸ਼ਚਰਜਤਾ ਦੇ ਚ ਜੀਵਦਾ ਹੈ। ਉਹ ਖਿੜੇ ਹੋਏ ਫੁੱਲਾਂ ਨੂੰ ਵੇਖ ਕੇ ਵੀ ਬਿਸਮਾਦੀ ਹੋ ਜਾਂਦਾ ਹੈ, ਜਦ ਕਿ ਵਿਗਿਆਨਕ ਨੇ ਕਹਿ ਦੇਣਾ ਕੀ ਹੈ, ਕੁਝ ਖਣਜ ਪਦਾਰਥ ਨੇ, ਕੁਝ ਪਾਣੀ ਹੈ, ਕੁਝ ਕੈਲਸ਼ੀਅਮ ਹੈ, ਉਸ ਦਾ ਜਿਹੜਾ ਜੋੜ ਹੈ ਉਹ ਇੱਕ ਫੁੱਲ ਹੈ ਔਰ ਕੀ ਹੈ। ਪਰ ਨਹੀਂ, ਇਸ ਸਭ ਕੁਝ ਦੇ ਜੋੜ ਤੋਂ ਬਿਨਾਂ ਵੀ ਕੁਝ ਫੁੱਲ ਹੈ। ਉਹ ਇੱਕ ਕਵੀ ਨੂੰ ਦਿਖਾਈ ਦਿੰਦਾ ਹੈ, ਇੱਕ ਸੰਤ ਨੂੰ ਦਿਖਾਈ ਦਿੰਦਾ ਹੈ, ਭਗਤ ਨੂੰ ਦਿਖਾਈ ਦਿੰਦਾ ਹੈ, ਤਾਰਕਿਕ ਨੂੰ ਨਹੀਂ ਦਿਖਾਈ ਦਿੰਦਾ, ਸਾਇੰਟਿਸਟ ਨੂੰ ਨਹੀਂ ਦਿਖਾਈ ਦਿੰਦਾ। ਸਾਇੰਟਿਸਟ ਉੱਪਰ ਉੱਪਰ ਨਿਗਾਹ ਰੱਖਦਾ ਹੈ, ਇਹਦੇ ਚ ਪਾਣੀ ਕਿਤਨਾ ਹੈ, ਕੈਲਸ਼ੀਅਮ ਕਿਤਨਾ ਹੈ, ਲੋਹਾ ਕਿਤਨਾ ਹੈ, ਜਸਤ ਕਿਤਨਾ ਹੈ, ਇਹਦੇ ਚ ਬਾਕੀ ਦੀਆਂ ਧਾਤੂਆਂ ਕਿਤਨੀਆਂ ਨੇ। ਲੇਕਿਨ ਸੰਤ ਕੁਛ ਹੋਰ ਦੇਖਦਾ ਹੈ, ਇਸ ਜੋੜ ਤੋਂ ਜੋ ਕੁਛ ਬਣਿਆ ਹੈ ਔਰ ਅਗੰਮੀ ਬਣਿਆ ਹੈ ਔਰ ਇਸ ਦੇ ਜੋ ਅਦ੍ਰਿਸ਼ਤਾ ਦੀ ਝਲਕ ਹੈ, ਉਹ ਦੇਖ ਕੇ ਸੰਤ ਬਿਸਮਾਦ ਦੀ ਦੁਨੀਆ ਦੇ ਚ ਖੋ ਜਾਂਦਾ ਹੈ। ਤੋ ਅਨ ਦਿਨ ਰਹਿਸ ਭਇਆ ਆਪ ਗਵਾਇਆ। ਦਿਨ ਰਾਤ ਬਿਸਮਾਦ ਬਣਿਆ ਹੋਇਆ ਹੈ, ਰਹਿਸ ਬਣਿਆ ਹੋਇਆ ਹੈ, ਕਿਉਂਕਿ ਆਪਣਾ ਆਪ ਮਿਟ ਗਿਆ ਹੈ ਔਰ ਰਹਿਸਮਈ ਇਹ ਅਵਸਥਾ ਬਣ ਗਈ ਹੈ। ਮਨ ਮੋਹ ਚੁਕਾਇਆ ਜਾਂ ਤਿਸ ਭਾਇਆ, ਕਰ ਕਿਰਪਾ ਘਰ ਆਓ। ਅਰਦਾਸ ਕੀਤੀ, ਜੋਦੜੀ ਕੀਤੀ, ਹੇ ਪਰਿਪੂਰਨ ਪ੍ਰਮਾਤਮਾ ਤੂੰ ਦਇਆ ਕਰ, ਬਖਸ਼ਿਸ਼ ਕਰ, ਮੇਰੇ ਹਿਰਦੇ ਦੇ ਘਰ ਵਿੱਚ ਆ। ਐਸਾ ਅਰਦਾਸ ਜੋਦੜੀ ਕਰਦਿਆਂ ਕਰਦਿਆਂ ਮਨ ਵਿੱਚੋਂ ਮੋਹ ਮਿਟ ਗਿਆ ਔਰ ਜੋ ਕੁਝ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਸਾਨੂੰ ਚੰਗਾ ਲੱਗਣ ਲੱਗ ਪਿਆ। ਐਸੀ ਜੋ ਹੈ ਅਵਸਥਾ ਬਣ ਗਈ। ਮਨ ਮੋਹ ਚੁਕਾਇਆ ਜਾਂ ਤਿਸ ਭਾਇਆ, ਕਰ ਕਿਰਪਾ ਘਰ ਆਓ। ਬਹੁਤੇ ਵੇਸ ਕਰੀ ਫਿਰ ਬਾਝੋਂ, ਮੈਲੀ ਲਾਹਾ ਨਾ ਥਾਓ। ਪਰ ਜੀਵ ਰੂਪੀ ਇਸਤਰੀ ਇੱਕ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ, ਇੱਕ ਉਸ ਦੀ ਯਾਦ ਤੋਂ ਬਿਨਾਂ ਕਿਤਨੇ ਵੀ ਧਾਰਮਿਕ ਵੇਸ ਕਰੇ, ਕਿਤਨੇ ਵੀ ਧਾਰਮਿਕ ਸ਼ਿੰਗਾਰ ਕਰੇ, ਤਾਂ ਵੀ ਉਹਨੂੰ ਨਿਜ ਥਾਂ ਦੀ ਕਿੱਥੇ ਪ੍ਰਾਪਤੀ। ਭਟਕਣਾ ਤੇ ਬਣੀ ਹੀ ਰਹਿੰਦੀ ਹੈ। ਹਾਰ ਡੋਰ ਰਸ ਪਾਠ ਪਟੰਬਰ, ਫਿਰ ਲੋੜੀ ਸਿੰਗਾਰੀ। ਪਰ ਜੇ ਕਿਧਰੇ ਪਰਮਾਤਮਾ ਲੋੜ ਮਹਿਸੂਸ ਕਰੇ ਤੇ ਹਿਰਦੇ ਵਿੱਚ ਪਰਮਾਤਮਾ ਦੀ ਲੋੜ ਪੈਦਾ ਹੋ ਜਾਏ, ਚਾਹਤ ਪੈਦਾ ਹੋ ਜਾਏ,
ਮਾਨੋ ਉਹ ਤੇ ਸ਼ਿੰਗਾਰੀ ਗਈ, ਮਾਨੋ ਉਸਨੇ ਗਲੇ ਵਿੱਚ ਮੋਤੀਆਂ ਦੇ ਹਾਰ ਪਾ ਲਏ ਨੇ, ਮਾਨੋ ਉਸਨੇ ਆਪਣਾ ਸਾਰੇ ਦਾ ਸਾਰਾ ਬਦਨ ਸ਼ਿੰਗਾਰ ਛੜਿਆ, ਸਜਾ ਛੜਿਆ, ਕਿਉਂਕਿ ਹਿਰਦੇ ਵਿੱਚ ਉਸ ਦੀ ਲੋੜ ਪੈਦਾ ਹੋ ਗਈ ਹੈ ਔਰ ਪ੍ਰਮਾਤਮਾ ਨੂੰ ਚੰਗੀ ਲੱਗ ਗਈ ਹੈ। ਨਾਨਕ ਮੇਲ ਲਈ ਗੁਰ ਆਪਣੇ ਘਰ ਵਰ ਪਾਇਆ ਨਾਰੀ। ਸਾਹਿਬ ਕਹਿੰਦੇ ਨੇ ਹਿਰਦੇ ਰੂਪੀ ਘਰ ਦੇ ਚ ਹੀ ਇਸ ਜੀਵ ਰੂਪੀ ਇਸਤਰੀ ਨੇ ਪ੍ਰਮਾਤਮਾ ਰੂਪੀ ਵਰ ਦੀ ਪ੍ਰਾਪਤੀ ਜੋ ਹੈ ਕਰ ਲਈ। ਇਸ ਤਰ੍ਹਾਂ ਪਰਿਪੂਰਨ ਪ੍ਰਮਾਤਮਾ ਨੇ, ਗੁਰੂ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਅਗਾਂਹ ਤੁਖਾਰੀ ਰਾਗ ਦਾ ਇਹ 12ਵਾਂ ਦਾ ਸਮਾਪਤੀ ਦਾ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੰਸ਼ ਇੰਜ ਬਿਆਨ ਕਰਦੇ ਨੇ, ਬੇਦਸ ਮਹਾਰੁਤੀ ਥਿਤੀ ਵਾਰ ਭਲੇ। ਬੇਦਸ, ਬੇ ਕਹਿੰਦੇ ਨੇ 2 ਨੂੰ 10, ਬੇਦਸ 12। 12 ਮਹੀਨੇ ਇਹ ਰੁੱਤਾਂ, ਇਹ ਥਿਤ ਤੇ ਵਾਰ ਸਾਰੇ ਦੇ ਸਾਰੇ ਭਲੇ ਨੇ। ਨਾ ਕੋਈ ਮਹੀਨਾ ਮਾੜਾ ਹੈ, ਨਾ ਕੋਈ ਦਿਨ ਮਾੜਾ ਹੈ, ਨਾ ਕੋਈ ਰੁੱਤ ਮਾੜੀ ਹੈ, ਨਾ ਕੋਈ ਵਾਰ ਮਾੜਿਆ, ਨਾ ਕੋਈ ਥਿਤ ਮਾੜੀ ਹੈ। ਮਨੁੱਖ ਦੀ ਸੋਚਣੀ ਅਗਿਆਨਤਾ ਕਰਕੇ ਹੈ। ਸਾਹਿਬ ਕਹਿੰਦੇ ਨੇ ਬੇਦਸ ਮਹਾਰੁਤੀ ਥਿਤੀ ਵਾਰ ਭਲੇ। ਇਹ 12 ਮਹੀਨੇ, ਇਹ ਤਰ੍ਹਾਂ ਤਰ੍ਹਾਂ ਦੀਆਂ ਰੁੱਤਾਂ, ਇਹ ਨਿਤ ਬਦਲਦੀ ਥਿਤ, ਇਹ ਨਿਤ ਬਦਲਦੇ ਦਿਨ ਤੇ ਵਾਰ, ਸਾਹਿਬ ਕਹਿੰਦੇ ਨੇ ਸਾਰੇ ਹੀ ਭਲੇ ਨੇ। ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ। ਸਹਿਜ ਸੁਭਾ ਜਦੋਂ ਦੇ ਪ੍ਰਮਾਤਮਾ ਮਿਲੇ ਨੇ, ਉਸ ਸੱਚ ਦੀ ਪ੍ਰਾਪਤੀ ਹੋਈ ਹੈ, ਇਹ ਸੂਝ ਮਿਲ ਗਈ ਹੈ। ਮਹੀਨੇ ਸਾਰੇ ਚੰਗੇ ਨੇ, ਘੜੀਆਂ ਸਾਰੀਆਂ ਚੰਗੀਆਂ ਨੇ, ਰੁੱਤਾਂ ਸਾਰੀਆਂ ਚੰਗੀਆਂ ਨੇ, ਦਿਨ ਸਾਰੇ ਹੀ ਚੰਗੇ ਨੇ, ਥਿੱਤਾਂ ਸਾਰੀਆਂ ਹੀ ਚੰਗੀਆਂ ਨੇ। ਸੱਚ ਦੀ ਪ੍ਰਾਪਤੀ ਦੇ ਨਾਲ ਇਹ ਸੱਚ ਅੰਦਰੋਂ ਉਗੜਿਆ, ਇਹ ਅਸਲੀਅਤ ਬਾਹਰ ਪ੍ਰਗਟ ਹੋਈ ਹੈ। ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਦ ਜਾਣੇ। ਇਸ ਤਰੀਕੇ ਨਾਲ ਪਰਿਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਹੋਈ, ਸਾਰੇ ਸਾਡੇ ਕਾਰਜ ਸਵਰ ਗਏ। ਉਹ ਜਿਹੜਾ ਪਰਿਪੂਰਨ ਪ੍ਰਮਾਤਮਾ ਹੈ, ਹਰ ਵਿਧੀ ਦਾ ਦਾਤਾ ਹੈ, ਬਣਾਉਣ ਵਾਲਾ ਹੈ ਤੇ ਸਭ ਕੁਝ ਜਾਣਦਾ ਹੈ ਜੋ ਜੀਵਾਂ ਦੇ ਅੰਦਰ ਚੱਲਦਾ ਹੈ। ਜਿਨ ਸਿੰਗਾਰੀ ਤਿਸੇ ਪਿਆਰੀ ਮੇਲ ਭਇਆ ਰੰਗ ਮਾਣੇ। ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦਾ ਮਿਲਾਪ ਹੋ ਗਿਆ ਹੈ ਔਰ ਜੀਵ ਰੂਪੀ ਇਸਤਰੀ ਤਰ੍ਹਾਂ ਤਰ੍ਹਾਂ ਦੇ ਰੰਗ ਮਾਣ ਰਹੀ ਹੈ। ਉਸ ਪਰਿਪੂਰਨ ਪ੍ਰਮਾਤਮਾ ਨੇ ਪਿਆਰ ਪਾ ਲਿਆ ਹੈ ਔਰ ਉਸੇ ਨੇ ਆਪ ਹੀ ਸ਼ਿੰਗਾਰਿਆ ਹੈ। ਉਹਨੇ ਆਪਣੇ ਗੁਣਾਂ ਨਾਲ ਆਪ ਹੀ ਸ਼ਿੰਗਾਰਿਆ ਹੈ ਤੇ ਆਪਣੇ ਗੁਣਾਂ ਕਰਕੇ ਆਪ ਹੀ ਪਿਆਰ ਪਾਇਆ ਹੈ। ਘਰ ਸੇਜ ਸੁਹਾਵੀ ਜਾਂ ਫਿਰ ਰਾਵੀ ਗੁਰਮੁਖ ਮਸਤਕ ਭਾਗੋ। ਸਾਹਿਬ ਕਹਿੰਦੇ ਨੇ ਜਦੋਂ ਗੁਰੂ ਨੂੰ ਮੁੱਖ ਰੱਖ ਕੇ ਜੀਵਨ ਬਤੀਤ ਕੀਤਾ, ਭਾਗ ਮਸਤਕ ਤੇ ਜਾ ਗਿਆ ਔਰ ਇਸ ਤਰ੍ਹਾਂ ਹਿਰਦੇ ਦੀ ਸੇਜਾ ਸੁਹਾਵਣੀ ਬਣ ਗਈ ਤੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ। ਨਾਨਕ ਅਹਨਿਸ ਰਾਵੇ ਪ੍ਰੀਤਮ ਹਰ ਵਰ ਥਿਰ ਸੁਹਾਗੋ। ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਜਿਹੜਾ ਵੀ ਦਿਨ ਰਾਤ ਪ੍ਰਭੂ ਦਾ ਨਾਮ ਜਪਦਾ ਹੈ, ਉਸ ਪ੍ਰੀਤਮ ਦੇ ਗੁਣਾਂ ਦਾ ਰਮਣ ਕਰਦਾ ਹੈ, ਉਹਦਾ ਸੁਹਾਗ ਥਿਰ ਹੋ ਜਾਂਦਾ ਹੈ, ਉਹਦਾ ਸੁਖ ਅਟਲ ਹੋ ਜਾਂਦਾ ਹੈ, ਉਹਨੂੰ ਨਿਹਚਲ ਅਵਸਥਾ ਦੀ ਜੋ ਹੈ ਪ੍ਰਾਪਤੀ ਹੋ ਜਾਂਦੀ ਹੈ। 12 ਮਹੀਨਿਆਂ ਦਾ ਇਹ ਸਾਰੰਸ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ। ਬਸ ਕੇਵਲ ਨਾਮ ਜਪੀ ਜਾਓ, ਹਰ ਦਿਨ ਤੁਹਾਡੇ ਲਈ ਚੰਗਾ ਸਾਬਤ ਹੋਵੇਗਾ, ਹਰ ਮਹੀਨਾ ਚੰਗਾ ਸਾਬਤ ਹੋਵੇਗਾ, ਹਰ ਸਾਲ ਚੰਗਾ ਸਾਬਤ ਹੋਵੇਗਾ, ਹਰ ਥਿਤ ਤੇ ਹਰ ਵਾਰ ਇਹ ਨਿਤ ਨਵੀਆਂ ਖੁਸ਼ੀਆਂ ਨੂੰ ਜੋ ਹੈ ਜਨਮ ਦੇਣਗੇ। ਤੂੰ ਇੱਕ ਕੰਮ ਕਰ, ਬਾਕੀ ਸਾਰੇ ਕੰਮ ਆਪਣੇ ਆਪ ਹੁੰਦੇ ਜਾਣਗੇ ਔਰ ਉਹ ਇੱਕੋ ਕੰਮ ਹੈ, ਇੱਕ ਦੀ ਆਰਾਧਨਾ, ਇੱਕ ਦਾ ਜਾਪ, ਇੱਕ ਦਾ ਰਮਨ, ਇੱਕ ਦੀ ਸਰੋਤ, ਇੱਕ ਦੀ ਮਨੋਤ, ਇੱਕ ਦੀ ਆਰਾਧਨਾ। ਸਤਿਗੁਰ ਰਹਿਮਤ ਕਰੇ ਇਸ 12 ਮਾਹ ਦੀ ਬਾਣੀ ਦੇ ਵਿਚਾਰ ਦੁਆਰਾ ਮਨ ਵਿੱਚ ਇੱਕ ਦਾ ਚਿੰਤਨ ਜਾਗੇ ਤਾਂ ਕਿ ਜੀਵਨ ਸਾਰਾ ਸੁਖਮਈ ਬਤੀਤ ਹੋਵੇ।